मारू महला पहला। कीमत पाई पावन हारै, वे प्रवाह पूरे भंडार। कीमत पाई पावन हारै, वे प्रवाह पूरे भंडार। सर्व कला ले आपे रहया, गुरमुख किसै बुझाएंदा। नदर करे पूरा गुर भेटै, जम जंदार ना मारै फेटै। ज्यों जल अंतर कमल बिगासी, आपे बिगस ध्याएंदा। ज्यों जल अंतर कमल बिगासी, आपे बिगस ध्याएंदा। वाहिगुरु जी का खालसा, वाहिगुरु जी की फतेह। सन्मानयोग साध संगत जी, सतगुरु जी की अपार बख्शिश है। आप गुरु प्यार वालिया ने अमृत वेले की साम संभाल करदिया होया नींदर आलस आदि का तर्क त्याग करके गुरु चरना विच पहुँच के गुरमुख प्यारियां तो आशा की वार दे शब्द कीर्तन सरवण करके लाहे प्राप्त किए हैं। गुरदेव हाज़रियां तिल फुल सेवावां भेटावां दर प्रवान करन उपरंत जो लड़ीवार गुरु ग्रंथ साहब महाराज जी के बचनों की कथा विचार है, उस अधीन आप जी ने 2 पद्यां का पाठ दास कोलों सरवण किया है। पूरी पृथ्वी ते तुसी कौम दे वारिस हो, तुहाडे वास्ते एक फकर की गल दसां, फकर करन वाली गल। पूरी पृथ्वी ते सिख कौम नूं छड्ड के किते भी किसी धार्मिक ग्रंथ की लड़ीवार विचार नहीं होंदी। जे हुंदी होवे तो मैनूं जरूर दस्सिया। किते कुरान की लड़ीवार विचार नहीं हुंदी, किते बाइबल की नहीं हुंदी, किते तौरेत की नहीं हुंदी, किते वेदां की नहीं हुंदी। स्पैशल ईवेंट हुंदे ने कदी कदी, पर मेरा ख्याल है भी कई हज़ार स्थानां ते गुरु ग्रंथ साहब की लड़ीवार कथा विचार चल रही है। तो ये नवीन युग का धर्म है, विज्ञानक धर्म है, और सारे धर्म मुबारक ने, सारे रस्ते मंजिल तक जाते ने। मैं उन्होंने आलोचना नहीं करता, क्योंकि तुहानूं पता ही है पिछली बार भी मैं 1 महीना विचारां कर गया सा, और तुहाडे वर्गे सियाणे श्रोते एक दिन विच बंदे नूं परख लैंदे ने। जिवें पूरी देग पूरा टब बनिया होवे ना चौलां दा, ते खूंचे नाल कुक एक चावल ऊपर करके वो देखदा, वो कहंदा चौल बन गए ने। इस तरह चंगे ऑडियंस, चंगे श्रोते 2-1 तकरीरां विच बंदे दी परख कर लैंदे ने। आलोचना मेरा सुभाਅ नहीं। सारियां
ਕੌਮਾਂ, ਸਾਰੇ ਸੰਪਰਦਾਵਾਂ, ਸਾਰੇ ਮਜ਼ਹਬ ਮੁਬਾਰਕ ਨੇ, ਸਾਰੇ ਮੰਜ਼ਲ ਤੱਕ ਜਾਂਦੇ ਨੇ। ਔਰ ਸਿੱਖੀ ਪੰਥ ਵੀ ਮੰਜ਼ਲ ਤੱਕ ਪਹੁੰਚਦਾ ਹੈ। ਪਰ ਇਸ ਦੀ ਖਾਸੀਅਤ ਇਹ ਹੈ ਕਿ ਮੰਜ਼ਲ ਤੇ ਜਾਣਾ ਹੈ ਤੇ ਰਸਤਾ ਗੱਲਾਂ ਵੀ ਮੰਜ਼ਲ ਦੀਆਂ ਹੀ ਕਰ, ਰੋਜ਼ ਗੱਲਾਂ ਕਰ ਮੰਜ਼ਲ ਦੀਆਂ। ਹੋਰ ਗੱਲਾਂ 'ਚ ਪੈ ਜਾਏਗਾ, ਚਰਸਤਾ ਆਇਆ ਕਿਤੇ ਖੁੰਝ ਜਾਏਗਾ। ਇਸ ਕਰਕੇ ਦਿਹਾੜੀ 'ਚ ਇੱਕ ਵਾਰਾਂ 30-40 ਮਿੰਟ ਮੰਜ਼ਲ ਦੀਆਂ ਗੱਲਾਂ ਕਰਿਆ ਕਰ, ਤਾਂ ਕਿ ਤੈਨੂੰ ਮੰਜ਼ਲ ਭੁੱਲ ਨਾ ਜਾਏ, ਜੀਵਨ ਦਾ ਪ੍ਰਯੋਜਨ ਨਾ ਭੁੱਲ ਜਾਏ। ਕਦੀ ਕਦਾਈ ਵੱਖਰੀ ਗੱਲ ਹੈ, ਰੋਜ਼ ਗੱਲਾਂ ਕਰ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਤੋ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਅੱਜ ਦੇ ਸ਼ਬਦ ਵਿੱਚ ਜ਼ੋਰ ਦਿੱਤਾ ਗੁਰੂ ਤੇ। ਗੁਰੂ ਦੇ ਵੈਸੇ ਤੇ ਕਈ ਵਡਿਆਈਆਂ ਨੇ, ਕਈ ਪਰਉਪਕਾਰ ਨੇ। ਦੋ ਚੀਜ਼ਾਂ ਦੇ ਉੱਤੇ ਹਜ਼ੂਰ ਨੇ ਜ਼ੋਰ ਦਿੱਤਾ ਅੱਜ। ਦੋ ਵਿਸ਼ੇਸ਼ਣ ਗੁਰੂ ਦੇ ਪ੍ਰਚੰਡ ਕੀਤੇ ਨੇ, ਬੜੇ ਧਿਆਨ ਨਾਲ ਬੇਨਤੀ ਸੁਣਿਓ। ਕਿਹੜੇ? ਇੱਕ ਤੇ ਗੁਰੂ ਵਿੱਚ ਉਹ ਸਮਰੱਥਾ ਹੈ ਕਿ ਜੇ ਗੁਰੂ ਕਿਸੇ ਦੀ ਘੁੱਟ ਕੇ ਬਾਂਹ ਫੜ ਲਏ ਤੇ ਜੰਮ ਉਹਦਾ ਕੁਝ ਨਹੀਂ ਵਿਗਾੜ ਸਕਦਾ। ਗੁਰੂ ਨੂੰ ਕੋਈ ਆਪਣਾ ਗੁੱਟ ਫੜਾ ਦੇ, ਕੋਈ ਆਪਣੀ ਬਾਂਹ ਫੜਾ ਦੇ, ਸੱਚੀ ਮੁੱਚੀ ਫੜਾ ਦੇ, ਉਹਦਾ ਜੰਮ ਕੁਛ ਨਹੀਂ ਵਿਗਾੜ ਸਕਦੇ। ਔਰ ਦੂਸਰਾ ਗੁਰੂ ਦੀ ਇਹ ਖਾਸੀਅਤ ਹੈ, ਇਹ ਗੁਰੂ ਪ੍ਰਣਾਲੀ ਸਿਰਫ ਸਿੱਖ ਕੌਮ ਵਿੱਚ ਚੱਲੀ। ਪੈਗੰਬਰਵਾਦ ਹੋਇਆ, ਅਵਤਾਰਵਾਦ ਆਇਆ, ਭਗਤੀ ਲਹਿਰ ਆਈ, ਔਰ ਗੁਰੂ ਪ੍ਰਣਾਲੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹ ਸ਼ਬਦ ਜ਼ਿਆਦਾ ਪ੍ਰਚਲਿਤ ਹੋਇਆ, ਗੁਰੂ ਪ੍ਰਣਾਲੀ। ਇੱਕ ਕਿਤਾਬ ਲਿਖੀ ਹੈ ਡਾਕਟਰ ਤਾਰਨ ਸਿੰਘ ਨੇ, ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ। ਉਹ ਕਿਤਾਬ ਕਿਸੇ ਗੁਰਮੁਖ ਪਿਆਰੇ ਨੇ ਪੜ੍ਹਨ ਲਈ ਲੈ ਲਈ, ਵਾਪਸ ਨਹੀਂ ਕੀਤੀ। ਭਲੇ ਸਮੇਂ ਮੈਂ ਪੜ੍ਹੀ ਸੀ। ਉਹਦੀ ਵਜ੍ਹਾ ਸੀ ਵੀ ਜਦੋਂ ਕਾਲਜ ਚੋਂ ਡਿਪਲੋਮਾ ਗੁਰਮਤ ਦਾ ਕਰਕੇ ਮੈਂ ਨਿਕਲਿਆ ਤੇ ਕੁਝ ਸਮਾਂ ਨੰਗਲ ਡੈਮ ਤੇ ਫਿਰ ਉੱਥੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਸੈਕਟਰ 19 ਸੇਵਾ ਲੱਗ ਗਈ। ਹੁਣ ਉਹ ਸਾਰੀ ਪੜ੍ਹੀ ਲਿਖੀ ਲੌਬੀ ਔਰ ਪ੍ਰਬੰਧਕ ਟੀਮ ਵਿੱਚ IAS ਗੁਰਤੇਜ ਸਿੰਘ ਹੁਣੀ, ਡਾਕਟਰ ਖੜਕ ਸਿੰਘ, ਸਰਦਾਰ ਨੌਰੰਗ ਸਿੰਘ, ਬਿਲਖੂ ਸਾਹਿਬ, ਵੈਲ ਐਜੂਕੇਟਡ ਬੰਦੇ। ਤੇ ਮੈਂ ਨਵਾਂ ਸਿੱਖ ਕੇ ਗਿਆ, ਅੱਲੜਪੁਣਾ ਜਿਹਾ, ਜਿਵੇਂ ਕੋਈ IPS ਕਲੀਅਰ ਕਰ ਲੈ ਤੇ ਕਰਾਂ ਪੂਰਾ ਜਾ ਕੇ ਸ਼ੋਰ ਸ਼ਰਾਬਾ ਕਰਦਾ ਫਿਰ ਆਪਣੇ ਜ਼ਿਲ੍ਹੇ 'ਚ। ਤੋ ਫਿਰ ਮੈਨੂੰ ਉਹਨਾਂ ਨੇ ਇਹ ਸਲਾਹ ਦਿੱਤੀ ਵੀ ਜਸਵਿੰਦਰ ਸਿੰਘ, ਇਹ ਜਿਹੜੀ ਕਿਤਾਬ ਹੈ ਨਾ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ, ਮੋਟੀ 700-800 ਪੇਜ ਦੀ, ਇਹ ਇੱਕ ਵਾਰਾਂ ਜ਼ਰੂਰ ਪੜ੍ਹ। ਇਹ ਨਹੀਂ ਕਿਹਾ ਵੀ ਤੈਨੂੰ ਜਾਚ ਨਹੀਂ, ਕਹਿਣ ਲੱਗੇ ਇਹਨੂੰ ਪੜ੍ਹ ਇੱਕ ਵਾਰਾਂ, ਬਹੁਤ ਕੁਛ ਨਵਾਂ ਤੇਰੇ ਸਾਹਮਣੇ ਆਵੇਗਾ। ਤੋ ਗੁਰੂ ਪ੍ਰਣਾਲੀ ਪ੍ਰਾਰੰਭ ਹੋਈ। ਫਿਰ ਉਹਦੇ ਵਿੱਚ ਬੜਾ ਸੋਹਣਾ ਉਹਨਾਂ ਨੇ, ਡਾਕਟਰ ਤਾਰਨ ਸਿੰਘ ਨੇ ਉਹਨੂੰ ਐਕਸਪਲੇਨ ਕੀਤਾ ਹੈ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਨੇ ਗੁਰੂ ਦੇ ਉੱਤੇ ਬਹੁਤ ਜ਼ੋਰ ਦਿੱਤਾ। ਜਿਸ ਤਰ੍ਹਾਂ ਦੁਨਿਆਵੀ ਕਸਬ ਸਿੱਖਣਾ ਹੋਵੇ ਨਾ, ਕੋਈ ਵੀ ਹੁਨਰ ਸਿੱਖਣਾ ਹੋਵੇ, ਇੰਸਟ੍ਰਕਟਰ ਦੀ, ਉਸਤਾਦ ਦੀ ਜ਼ਰੂਰਤ ਪੈਂਦੀ ਹੈ। ਉਸਤਾਦ ਚੰਗਾ ਮਿਲ ਜਾਏ, ਇੰਸਟ੍ਰਕਟਰ ਚੰਗਾ ਮਿਲ ਜਾਏ, ਚੰਗੀ ਤਰ੍ਹਾਂ ਘੜਦਾ ਹੈ ਤੇ ਉਸ ਵਿਦਿਆਰਥੀ ਦੀ ਬਾਜ਼ਾਰ ਵਿੱਚ ਕੀਮਤ ਪੈ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰ ਦੁਨਿਆਵੀ ਕਸਬ ਨੂੰ ਲੈ ਕੇ ਇੱਕ ਗੱਲ ਹੈ ਵੀ ਕਦੀ ਕਦੀ ਦੁਨਿਆਵੀ ਕਸਬ ਕੁਝ ਇਸ ਤਰ੍ਹਾਂ ਦੀਆਂ ਰੂਹਾਂ ਹੁੰਦੀਆਂ ਨੇ, ਬਿਨਾਂ ਇੰਸਟ੍ਰਕਟਰ ਤੋਂ ਵੀ ਸਿੱਖ ਜਾਂਦੀਆਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰ ਜਦੋਂ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦੀ ਗੱਲ ਸਿੱਖੀਜ਼ਮ ਨੇ ਕੀਤੀ ਤੇ ਹਜ਼ੂਰ ਕਹਿਣ ਲੱਗੇ ਕੁਛ ਵੀ ਹੋ ਜਾਏ, ਹੁਣ ਗੁਰੂ ਦੀ ਸਹਾਇਤਾ ਤੋਂ ਬਗੈਰ ਤੈਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਨਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਇਹਨੂੰ ਇੰਝ ਸਮਝ ਲਓ ਸੌਖੇ ਢੰਗ ਨਾਲ
ਵੀ ਕੋਈ ਮਨੁੱਖ 10 ਕਿਲੋ 20 ਕਿਲੋ 30 ਕਿਲੋ 40 ਕਿਲੋ 50 60 70 80 ਕਿਲੋ ਵਜ਼ਨ ਵੀ ਚੁੱਕ ਕੇ ਸਿਰ ਤੇ ਇਕੱਲਾ ਰੱਖ ਲੈਂਦਾ ਹੋਵੇ, ਮੌਰਾਂ ਤੇ ਰੱਖ ਲੈਂਦਾ ਹੋਵੇ, ਉਹਨੂੰ ਕਹੀਏ ਵੀ ਆਪਣੇ ਸ਼ੂਜ਼ ਦੇ ਲੈਸ, ਆਪਣੇ ਬੂਟਾਂ ਦੇ ਤਸਮੇ ਪਕੜ ਕੇ ਤੂੰ ਆਪਣੇ ਆਪ ਨੂੰ ਉੱਪਰ ਉਠਾ, ਤੇ ਪੋਸੀਬਲ ਨਹੀਂ ਨਾ। ਕੋਈ ਆਪਣੇ ਹੀ ਬੂਟ ਦੇ ਲੈਸ, ਆਪਣੇ ਹੀ ਬੂਟ ਦੇ ਤਸਮੇ ਪਕੜ ਕੇ ਆਪਣੇ ਆਪ ਨੂੰ ਉੱਪਰ ਨਹੀਂ ਨਾ ਉਠਾ ਸਕਦਾ। ਬਾਐਨ ਇਸੇ ਤਰ੍ਹਾਂ ਸਿਰਫ ਆਪਣੀ ਕੋਸ਼ਿਸ਼ ਨਾਲ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ, ਹਾਲਾਂਕਿ ਕੋਸ਼ਿਸ਼ ਆਪ ਹੀ ਕਰਨੀ ਹੈ। ਅੱਛਾ, ਮੈਨੂੰ ਜਿਹੜੀ ਸਮਝ ਆਈ ਵੀ ਇਹਦੀ ਵਜ੍ਹਾ ਕੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਵਜ੍ਹਾ ਇਹ ਹੈ ਕਿ ਫਾਰ ਐਗਜ਼ਾਮਪਲ, ਇਹ ਤੇ ਹੁੰਦਾ ਨਹੀਂ ਕਿਉਂਕਿ ਬਾਣੀ ਨੇ ਫੈਸਲਾ ਦੇ ਦਿੱਤਾ, ਪਰ ਥੋੜੀ ਦੇਰ ਗੱਲ ਸਮਝਣ ਲਈ ਮੰਨ ਲਈਏ ਵੀ ਕਿਸੇ ਨੇ ਆਪਣੇ ਆਪ ਹੀ ਪ੍ਰਾਪਤ ਕਰ ਲਿਆ। ਫਾਰ ਐਗਜ਼ਾਮਪਲ, ਉਦਾਹਰਨ ਵਜੋਂ, ਹੁਣ ਕੋਈ ਸੈਕੰਡ ਪਰਸਨ ਪੁੱਛਦਾ ਵੀ ਤੁਹਾਡੀ ਬਾਤ ਕਿਸ ਤਰ੍ਹਾਂ ਬਣੀ ਜੀ? ਉਹ ਕਹਿੰਦਾ ਜੀ ਮੈਂ ਬਣਾ ਲਈ। ਤੁਹਾਡੀ ਬਾਤ ਕਿਸ ਤਰ੍ਹਾਂ ਬਣੀ? ਇਹ ਦੋ ਸੈਂਟੈਂਸ ਬੜੇ ਧਿਆਨ ਨਾਲ ਸੁਣਿਓ। ਉਹ ਕਹਿੰਦਾ ਜੀ ਮੈਂ ਬਣਾ ਲਈ। ਜਿਵੇਂ ਹੀ ਉਹ ਕਹੇਗਾ ਨਾ ਮੈਂ ਬਣਾ ਲਈ, ਤੂੰ ਨੇ ਅੰਦਰੋਂ ਬਾਹਰ ਨਿਕਲ ਜਾਣਾ, ਕਿਉਂਕਿ ਸਿਧਾਂਤ ਇਹ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਜਦੋਂ ਬਾਤ ਬਣ ਜਾਏ, ਕੋਈ ਪੁੱਛੇ ਭਲਿਆ ਬਾਤ ਕਿਵੇਂ ਬਣੀ ਹੈ, ਤੇ ਉਹ ਹੱਥ ਜੋੜ ਕੇ ਆਖੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਈ ਹੈ। ਈਗੋ ਨਹੀਂ ਆਵੇਗੀ, ਮੈਂ ਨਹੀਂ ਆਵੇਗੀ। ਜਦੋਂ ਮੈਂ ਨਹੀਂ ਆਵੇਗੀ ਤੇ ਤੂੰ ਤੇਰੇ ਅੰਦਰ ਹੀ ਬੈਠਾ ਰਹੇਗਾ। ਜਦੋਂ ਤੂੰ ਆਪਣੇ ਰੂਮ 'ਚ ਚਾਨਣ ਕਰਕੇ ਰੱਖੇਗਾ, ਹਨੇਰਾ ਕਿਵੇਂ ਫਟਕ ਜਾਏਗਾ? ਪਰ ਤੂੰ ਚਾਨਣ ਨਾ ਕਰ, ਸਵਿਚ ਆਨ ਨਾ ਕਰ, ਹਨੇਰੇ ਨੂੰ ਤੇ ਸੱਦਣ ਦੀ ਜ਼ਰੂਰਤ ਨਹੀਂ, ਉਹ ਤੇ ਖੁਦ ਹੀ ਆ ਜਾਏਗਾ। ਉਹ ਤੇ ਵਿਆਪਕ ਹੈ ਨਾ। ਇਸੇ ਤਰ੍ਹਾਂ ਜਿੱਥੇ ਤੂੰ ਨਹੀਂ, ਉੱਥੇ ਮੈਂ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ, ਮੈਂ ਤੇ ਫਿਰ ਉੱਥੇ ਆ ਹੀ ਜਾਂਦੀ ਹੈ। ਇਸ ਲਈ ਜਬ ਹਮ ਹੋਤੇ ਤਬ ਤੂੰ ਨਹੀਂ। ਜਦੋਂ ਤੱਕ ਅੰਦਰ ਹਮ ਹੈ, ਜਦੋਂ ਤੱਕ ਅੰਦਰ ਮੈਂ ਹੈ, ਇਹ ਜਿਹੜਾ ਸਾਡਾ ਸਰੀਰ ਹੈ ਨਾ, ਇਹਨੂੰ ਮਹਾਰਾਜ ਨੇ ਬਾਣੀ 'ਚ ਸਮਝਣ ਲਈ ਇੱਕ ਥਾਂ ਤੇ ਜੰਗਲ ਕਿਹਾ ਹੈ। ਜੰਗਲ, ਜੰਗਲ ਵਿੱਚ ਟਰੀਜ਼ ਹੁੰਦੇ ਨੇ, ਪੇੜ ਹੁੰਦੇ ਨੇ, ਰੁੱਖ ਹੁੰਦੇ ਨੇ, ਝਾੜੀਆਂ ਹੁੰਦੇ ਨੇ, ਘਾਹ ਫੂਸ ਹੁੰਦਾ ਹੈ। ਜੰਗਲ ਉਬੜ ਖੁਬੜਾ ਹੁੰਦਾ ਹੈ। ਜਿਸ ਤਰ੍ਹਾਂ ਨਹਿਰ ਵਿੱਚ ਤੇ ਦਰਿਆ ਵਿੱਚ ਫਰਕ ਹੁੰਦਾ ਨਾ, ਇਸ ਤਰ੍ਹਾਂ ਪਾਰਕ ਵਿੱਚ ਤੇ ਜੰਗਲ ਵਿੱਚ ਵੀ ਇੱਕ ਫਰਕ ਹੁੰਦਾ ਹੈ। ਨਹਿਰ ਸਿੱਧੀ ਤੁੱਕ ਹੁੰਦੀ ਹੈ, ਬੜੇ ਸਾਫ਼ ਸੁਥਰੇ ਉਹਦੇ ਬੰਨ ਹੁੰਦੇ ਨੇ, ਪਟੜੀਆਂ ਬਣੀਆਂ ਹੁੰਦੀਆਂ ਨੇ, ਪੁਲ ਬਣੇ ਹੁੰਦੇ ਨੇ। ਪਰ ਦਰਿਆ ਦੀ ਆਪਣੀ ਗੇਮ ਹੁੰਦੀ ਹੈ ਨਾ, ਕਿਤਿਓਂ ਚੌੜਾ, ਕਿਤਿਓਂ ਸੌੜਾ, ਕਿਤਿਓਂ ਵਿੰਗਾ, ਕਿਤਿਓਂ ਟੇਢਾ, ਕਿਤਿਓਂ ਬਹੁਤ ਵਿਰਾਟ। ਸਾਡਾ ਜਿਹੜਾ ਸਰੀਰ ਹੈ ਇਹ ਮਾਨੋ ਇੱਕ ਜੰਗਲ ਹੈ, ਔਰ ਜਿਸ ਤਰ੍ਹਾਂ ਜੰਗਲ ਵਿੱਚ ਸ਼ੇਰ ਵੀ ਹੈ, ਬਾਕੀ ਜੀਵ ਵੀ ਨੇ। ਪਰ ਜਿਸ ਜੰਗਲ ਵਿੱਚ ਸ਼ੇਰ ਹੋਵੇ, ਉੱਥੇ ਇੱਕ ਗੱਲ ਪੱਕੀ ਹੈ ਵੀ ਇੱਕ ਦੋ ਜੀਵ ਰੋਜ਼ ਮਾਰੇ ਜਾਣਗੇ। ਕਿਉਂ? ਕਿਉਂਕਿ ਉਹਦਾ ਭੋਜਨ ਹੈ। ਉਹ ਮਾਰੇਗਾ ਖਾਏਗਾ, ਮਾਰੇਗਾ ਖਾਏਗਾ, ਮਾਰੇਗਾ ਖਾਏਗਾ। ਆਹਿਸਤਾ ਆਹਿਸਤਾ ਜੀਵ ਉਹਦੇ ਚੋਂ ਕੱਟਣੇ ਸ਼ੁਰੂ ਹੋ ਜਾਣਗੇ। ਜਦੋਂ ਤੱਕ ਸਾਡੇ ਇਸ ਤਨ ਰੂਪੀ ਜੰਗਲ ਵਿੱਚ ਅਹੰਕਾਰ ਰੂਪੀ ਸ਼ੇਰ ਦਾ ਵਾਸਾ ਹੈ, ਉਦੋਂ ਤੱਕ ਸਤ ਸੰਤੋਖ ਦਇਆ ਧਰਮ ਧੀਰਜ ਇਤਿਆਦਿਕ ਦੈਵੀ ਗੁਣ ਵਧਨ ਫੁੱਲਣ ਹੀ ਕੋਈ ਨਹੀਂ ਦਿੰਦਾ। ਲਿਖਿਆ ਬਾਣੀ 'ਚ, ਜਬ ਲੱਗ ਸਿੰਘ ਰਹਿ ਬਨ ਮਾਹੇ। ਜਦੋਂ ਤੱਕ ਸ਼ੇਰ ਜੰਗਲ ਵਿੱਚ ਹੈ, ਹੰਕਾਰ ਸਰੀਰ ਵਿੱਚ ਹੈ, ਤਬ ਲਗ ਬਨ ਫੂਲੇ ਹੀ ਨਾ ਹੈ। ਅੰਦਰ ਦੈਵੀ ਗੁਣ ਫਲਦੇ ਫੁੱਲਦੇ ਕੋ ਨਹੀਂ ਗੇ, ਬਨ ਫੂਲੇ ਹੀ ਨਾ ਹੈ, ਫਲਦਾ ਫੁੱਲਦਾ ਨਹੀਂ। ਫਿਰ ਪਤਾ ਕੀ ਲਿਖਿਆ? ਜਬ ਹੀ ਸਿਆਰ ਸਿੰਘ ਕੋ ਖਾਏ। ਸੰਗਤ ਜੀ, ਗੁਰਬਾਣੀ ਦੇ ਤਿੰਨ ਤਰ੍ਹਾਂ ਅਰਥ ਹੁੰਦੇ ਨੇ, ਇੱਕ ਪਦ ਅਰਥ, ਇੱਕ ਸਰਲ ਅਰਥ, ਇੱਕ ਭਾਵ ਅਰਥ। ਹੁਣ ਇੱਥੇ ਸਿੰਘ ਪਦ ਅਰਥ ਹੈ, ਸ਼ੇਰ ਸਰਲ ਅਰਥ ਹੈ, ਔਰ ਹੰਕਾਰ ਭਾਵ ਅਰਥ ਹੈ। ਸਿਆਰ ਗਿੱਦੜ ਸਰਲ ਅਰਥ ਨੇ, ਔਰ ਸੈਂਸ ਭਾਵ ਅਰਥ ਕੀ ਲੈਣੇ ਨੇ? ਨਿਮਰਤਾ। ਉਹ ਡਰਪੋਕ ਹੁੰਦਾ ਨਾ ਗਿੱਦੜ, ਤਾਂ ਉੱਥੋਂ ਸੈਂਸ ਲੈਣੀ ਹੈ ਵਿਨਮਰਤਾ ਦੀ। ਜਦੋਂ ਸਰੀਰ ਰੂਪੀ ਜੰਗਲ ਵਿੱਚ ਵਿਨਮਰਤਾ ਈਗੋ ਨੂੰ ਨਿਗਲ ਜਾਏ, ਖਾ ਜਾਏ, ਪਚਾ ਜਾਏ, ਡਸਟ ਬਣਾ ਦੇ, ਫਿਰ ਦੈਵੀ ਗੁਣ ਫਲਣ ਫੁੱਲਣ ਲੱਗ ਪੈਂਦੇ ਨੇ। ਕਿਉਂਕਿ ਸ਼ੇਰ ਮਰ ਗਿਆ, ਈਗੋ ਮਰ ਗਈ,
ਹੁਣ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਵਧਣ ਫੁੱਲਣ ਤੋਂ ਕੌਣ ਰੋਕੇਗਾ? ਕੋਈ ਨਹੀਂ ਰੋਕ ਸਕਦਾ। ਇਸ ਲਈ ਜਬ ਲਗ ਸਿੰਘ ਰਹਿ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਨ ਰਾਏ। ਸਾਰਾ ਜੰਗਲ ਫਲਦਾ ਫੁੱਲਦਾ, ਸਰੀਰ ਅੰਦਰ ਦੇਵੀ ਗੁਣ ਫਲਦੇ ਫੁੱਲਦੇ ਨੇ, ਪਰ ਜਦੋਂ ਈਗੋ ਆ ਜਾਏ ਫਿਰ ਅੰਦਰੋਂ ਸਭ ਨਿਸਤੋ ਨਾਬੂਦ ਹੋ ਜਾਂਦਾ ਹੈ। ਇਸ ਵਾਸਤੇ ਗੁਰੂ ਦੀ ਸਖਤ ਜ਼ਰੂਰਤ ਹੈ ਵੀ ਕੋਈ ਕਵੇ ਕਿਵੇਂ ਬਾਤ ਬਣੀ ਹੈ ਤੇ ਸਿੱਖ ਹੱਥ ਜੋੜ ਕੇ ਕਵੇ ਇਹ ਗੁਰੂ ਨੇ ਤਰਸ ਕਰਕੇ ਬਾਤ ਬਣਾਈ ਹੈ। ਨਾ ਮੈਂ ਆਵੇ ਤੇ ਨਾ ਤੂੰ ਅੰਦਰੋਂ ਬਾਹਰ ਜਾਵੇ। ਪਰ ਆਮ ਤੌਰ ਤੇ ਅਸੀਂ ਵੇਖਿਆ ਵੀ ਅਸੀਂ ਹਰ ਗੱਲ ਵਿੱਚ ਮੈਂ। ਹਜ਼ੂਰ ਕਹਿੰਦੇ ਨੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਦੋਂ ਤੱਕ ਮੇਰੀ ਮੇਰੀ ਕਰਦਾ ਕੰਮ ਨਹੀਂ ਸੌਰਦਾ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਹੁਣ ਅੱਜ ਹਜ਼ੂਰ ਜੋ ਦਰਗਾਹੀ ਬੋਲ ਬਖਸ਼ਿਸ਼ ਕਰ ਰਹੇ ਨੇ, ਇਹ ਜਿਹੜਾ ਬੰਦਗੀ ਹੈ, ਨਾਮ ਜਪਣਾ ਹੈ, ਇਸ ਦੀ ਆਮ ਬੰਦੇ ਨੂੰ ਕੀਮਤ ਨਹੀਂ ਹੁੰਦੀ। ਇਸ ਦੀ ਕੀਮਤ ਦਾ ਕਿਹਨੂੰ ਪਤਾ ਹੈ? ਜਿਹੜਾ ਪਾਰਖੂ ਹੈ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਾਰਗ ਮੋਤੀ ਬਿਖਰੇ ਅੰਧਾ ਨਿਕਸਿਓ ਜਾਏ। ਨੰਗੇ ਪੈਰ ਅੱਖਾਂ ਤੋਂ ਦਿਸਦਾ ਨਹੀਂ, ਰਸਤੇ ਤੇ ਤੁਰਿਆ ਜਾਂਦਾ ਹੈ, ਮੋਤੀ ਖਿਲਰੇ ਹੋਏ ਨੇ ਔਰ ਸਾਥੀ ਨੂੰ ਕਹਿੰਦਾ ਮੇਰੇ ਪੈਰਾਂ 'ਚ ਰੋੜ ਚੁੱਭਦੇ ਨੇ। ਕਿਉਂ? ਨੇਤਰਹੀਨ ਹੈ। ਆਤਮਿਕ ਪੱਖੋਂ ਅੰਨਾ ਬੰਦਾ ਨਾਮ ਰੂਪੀ ਮੋਤੀਆਂ ਨੂੰ ਵੀ ਕੰਕਰ ਸਮਝ ਲੈਂਦਾ। ਤੁਸੀਂ ਹੁਣ ਵੇਖੋ ਵੀ ਇਹ ਆਤਮਿਕ ਪੱਖੋਂ ਅੰਨੇ ਹੋਣ ਵਾਲੀ ਗੱਲ ਹੈ। ਇੱਥੇ ਕੋਈ ਲੱਚੜ ਗੀਤ ਗਾਉਣ ਵਾਲਾ ਆ ਜਾਏ, $100 ਦੀ ਟਿਕਟ ਹੋਵੇ, $80 ਦੀ ਹੋਵੇ, ਭੀੜ ਲੱਗ ਜਾਏਗੀ। ਆ ਮੋਤੀ ਇਕੱਠੇ ਕਰਨ ਵਾਲੇ ਤੁਸੀਂ ਕਿੰਨੇ ਕੁ ਬੈਠੇ ਹੋ? ਔਰ ਮੈਨੂੰ ਖਿਮਾ ਕਰਨਾ, ਕੋਈ ਕੀਮਤ ਨਹੀਂ ਅਤਾ ਕਰਨੀ ਪੈਂਦੀ। ਰਾਮ ਨਾਮ ਕੀ ਲੂਟ ਹੈ, ਲੂਟੀ ਜਾਏ ਲੂਟ। ਪਰ ਫਿਰ ਵੀ ਗਾਹਕ ਕਿੰਨੇ ਕੁ ਨੇ? ਗਾਹਕਾਂ ਦੀ ਪਰਸੈਂਟੇਜ ਨਾ ਮਾਤਰ ਹੈ। ਤੁਸੀਂ ਭਾਗਾਂ ਵਾਲੇ ਹੋ। ਉਹ ਕਿਉਂ ਮੋਤੀਆਂ ਨੂੰ ਕੰਕਰ ਸਮਝ ਰਿਹਾ ਹੈ? ਜੋਤ ਬਿਨਾ ਜਗਦੀਸ਼ ਕੀ, ਆਤਮਕ ਅੱਖਾਂ ਕੋਈ ਨਹੀਂ, ਜਗਤ ਉਲੰਘੇ ਜਾਏ। ਕਹਿੰਦੇ ਨੇ ਕੋਈ ਘੁਮਿਆਰ ਖੋਤੇ ਤੇ ਇੱਟਾਂ ਢੋ ਰਿਹਾ ਸੀ ਪੱਠੇ ਤੋਂ, ਤੇ ਰਸਤੇ ਵਿੱਚ ਉਹਨੂੰ ਕੋਈ ਪੱਥਰ ਲੱਭਾ, ਚਮਕ ਰਿਹਾ ਸੀ ਪੱਥਰ, ਉਹਨੂੰ ਚੰਗਾ ਲੱਗਾ। ਉਹਨੇ ਉਹ ਪੱਥਰ ਚੁੱਕ ਕੇ ਲੀਰ ਨਾਲ ਪੂੰਝ ਪਾਂਝ ਕੇ ਖੋਤੇ ਦੇ ਗਲ 'ਚ ਪਾ ਦਿੱਤਾ। ਚਮਕਦਾ, ਬੜਾ ਸੋਹਣਾ ਲੱਗੇਗਾ। ਹੁਣ ਉਹਦੇ ਕੋਲ ਸੀ ਖੋਤਾ, ਰਾਕੀ ਘੋੜਾ ਤੇ ਸੀ ਨਹੀਂ ਸੀ। ਉਹਨੇ ਆਖਿਆ ਚਲੋ ਖੋਤੇ ਦੇ ਗਲ 'ਚ ਹੀ ਸਹੀ। ਕਿਸੇ ਸੈਕੰਡ ਪਰਸਨ ਨੇ ਦੇਖਿਆ, ਉਹ ਕਹਿਣ ਲੱਗਾ ਵੀ ਪੱਥਰ ਬੜਾ ਚਮਕ ਰਿਹਾ, ਵੇਚਣਾ ਹੀ? ਉਹ ਕਹਿਣ ਲੱਗਾ ਵੇਚ ਦਿਆਂਗੇ। ਕੀ ਲਵੇਂਗਾ? ਕਹਿਣ ਲੱਗਾ ਜੀ ਰੁਪਈਆ ਲਵਾਂਗਾ। ਉਹ ਆਖਣ ਲੱਗਾ ਇਹ ਰੁਪਈਏ ਦਾ ਤੇ ਹੈ ਨਹੀਂ, ਐਵੇਂ ਤੂੰ ਗਲੀ ਚੋਂ ਚੁੱਕ ਕੇ ਖੋਤੇ ਦੇ ਗਲ 'ਚ ਪਾ ਦਿੱਤਾ ਹੈ, ਤੇ ਤੂੰ ਚੁਆਨੀ ਲੈ ਲੈ, ਜਿਆਦੀ ਗੱਲ ਹੈ 98 ਲੈ ਲੈ, ਰੁਪਈਆ ਤੇ ਨਹੀਂ ਦਿਆਂਗਾ। ਉਹ ਕਹਿਣ ਲੱਗਾ ਵੀ ਨਹੀਂ, ਫਿਰ ਜੇ ਇੰਨੇ ਨਹੀਂ ਦੇਣੇ ਫਿਰ ਖੋਤੇ ਦੇ ਗਲ 'ਚ ਹੀ ਠੀਕ ਹੈ, ਗਧੇ ਦੇ ਗਲ 'ਚ ਬੜਾ ਵਧੀਆ ਲੱਗ ਰਿਹਾ, ਮੈਂ ਨਹੀਂ ਦੇਣਾ। ਕੋਈ ਤੀਸਰਾ ਅੱਖਾਂ ਵਾਲਾ ਆ ਗਿਆ, ਉਹ ਕਹਿਣ ਲੱਗਾ ਉਹਨੂੰ ਵੀ ਇਹ ਕੀ ਹੈ? ਕਹਿਣ ਲੱਗਾ ਜੀ ਪੱਥਰ ਡਿੱਗਾ ਪਿਆ ਸੀ, ਚਮਕ ਰਿਹਾ ਸੀ, ਮੈਂ ਖੋਤੇ ਦੇ ਗਲ 'ਚ ਪਾ ਦਿੱਤਾ। ਉਹ ਕਹਿਣ ਲੱਗਾ ਵੇਚਣਾ ਹੈ? ਕਹਿਣ ਲੱਗਾ ਜੀ ਵੇਚਣਾ ਹੈ। ਕੀ ਲਵੋਗੇ? ਉਹ ਕਹਿਣ ਲੱਗਾ ਜੀ ਰੁਪਈਆ ਲਵਾਂਗਾ। ਉਹਨੇ ਰੁਪਈਆ ਕੱਢ ਕੇ ਫੜਾਇਆ, ਪੱਥਰ ਲੈ ਗਿਆ। ਉਹ ਪਹਿਲਾ ਬੰਦਾ ਵਾਪਸ ਆ ਗਿਆ, ਕਹਿਣ ਲੱਗਾ ਵੇਚ ਦਿੱਤਾ ਹੀ? ਕਹਿਣ ਲੱਗਾ ਕਿੰਨੇ ਦਾ? ਉਹ ਆਖਣ ਲੱਗਾ ਰੁਪਈਏ ਦਾ। ਕਹਿਣ ਲੱਗਾ ਕਮਲਿਆ ਉਹ ਤੇ ਲੱਖਾਂ ਦਾ ਸੀ, ਤੂੰ ਲੁੱਟਿਆ ਗਿਆ। ਉਹ ਲੱਖਾਂ ਦਾ ਸੀ, ਤੂੰ ਲੁੱਟਿਆ ਗਿਆ। ਉਹ ਕਹਿਣ ਲੱਗਾ ਮੈਂ ਨਹੀਂ ਲੁੱਟਿਆ ਗਿਆ, ਮੈਨੂੰ ਤੇ ਪਤਾ ਹੀ ਨਹੀਂ ਸੀ ਲੱਖਾਂ ਦਾ ਹੈ, ਲੁੱਟਿਆ ਤੂੰ ਗਿਆ ਹੈ, ਕਿਉਂਕਿ ਤੈਨੂੰ ਪਤਾ ਸੀ ਲੱਖਾਂ ਦਾ, ਤੂੰ ਰੁਪਈਆ ਵੀ ਨਹੀਂ ਖਰਚਿਆ। ਮੈਂ ਕਦੋਂ ਲੁੱਟਿਆ ਗਿਆ? ਮੈਂ ਤੇ ਅਗਿਆਨੀ ਆ। ਤੈਨੂੰ ਗਿਆਨ ਸੀ, ਤੈਨੂੰ ਸਮਝ ਸੀ, ਤੈਨੂੰ ਪਤਾ ਸੀ, ਤੂੰ ਫਿਰ ਵੀ ਲੁੱਟਿਆ ਗਿਆ। ਲੱਖ ਦੀ ਚੀਜ਼ ਤੂੰ ਰੁਪਈਏ 'ਚ ਨਹੀਂ ਲੈਂਦਾ, ਕਿਹਨੇ 98 ਲੈ ਲੈ। ਜੇ ਪਰਖ ਹੈ ਤੇ ਫਿਰ ਇਹਦੀ ਕੋਈ ਕੀਮਤ ਨਹੀਂ। ਇਹੀ ਕਾਰਨ ਹੈ ਤੁਸੀਂ ਕੀਰਤਨ ਕਥਾ ਕਰਾਉਂਦੇ ਹੋ, ਪਾਠ ਕਰਾਉਂਦੇ ਹੋ, ਉਹਨੂੰ ਅਸੀਂ ਭੇਟਾ ਕਹਿੰਦੇ ਆ, ਕੀਮਤ ਨਹੀਂ ਹੈ। ਤੁਹਾਨੂੰ ਪਤਾ ਭੇਟਾ ਕਿਉਂ ਕਹਿੰਦੇ ਆ? ਭੇਂਟ, ਜਿੱਥੋਂ ਸ਼ਬਦ ਆਇਆ ਹੈ।
ਉੱਥੇ ਭੇਟਾ ਨਹੀਂ, ਭੇਟ ਬਿੰਦੀ ਲਾ ਕੇ भेंट, भेंट मैंने मीटिंग। ਇੱਕ ਪਰੰਪਰਾ ਸੀ ਸਾਡੀ ਵੀ ਜਦੋਂ ਰਾਜਨੀਤਿਕ ਆਗੂ ਨੂੰ ਮਿਲਣਾ ਹੈ, ਧਾਰਮਿਕ ਆਗੂ ਨੂੰ ਮਿਲਣਾ ਹੈ, ਸਮਾਜਿਕ ਆਗੂ ਨੂੰ ਮਿਲਣਾ ਹੈ ਤੇ ਖਾਲੀ ਹੱਥ ਨਹੀਂ ਲੈ ਜਾਣਾ। ਉਹ ਕਹਿੰਦੇ ਵੀ ਵੈਦ ਕੋਲ, ਗੁਰੂ ਕੋਲ ਤੇ ਇੱਕ ਹੋਰ ਨਾਂ ਲੈਂਦੇ ਨੇ, ਇਹਨਾਂ ਤਿੰਨਾਂ ਕੋਲ ਸਖਣੇ ਹੱਥ ਜਾਣ ਵਾਲਾ ਖੁਸ਼ੀ ਨਹੀਂ ਲੈ ਸਕਦਾ। ਯਥਾ ਸ਼ਕਤ ਕੁਛ ਲੈ ਕੇ ਜਾਓ। ਤੋ ਜੇ ਪਰਖ ਨਹੀਂ, ਕਈ ਵਾਰ ਹੀਰਾ ਵੀ ਹੱਥਾਂ ਚੋਂ ਨਿਕਲ ਜਾਂਦਾ ਹੈ। ਪਰ ਇਹ ਜਿਹੜੀ ਕੀਮਤ ਹੈ, ਜੇ ਕਿਸੇ ਨੂੰ ਨਾਮ ਦੀ ਕੀਮਤ ਸਮਝ ਆ ਜਾਏ ਤੇ ਗੁਰੂ ਹੀ ਕਿਰਪਾ ਕਰਕੇ ਅੰਦਰ ਬੈਠ ਕੇ ਸੋਝੀ ਬਖਸ਼ਦਾ ਵੀ ਭਲਿਆ ਨੂੰ ਛੱਡਣਾ ਬੜਾ ਕੀਮਤੀ ਆ। ਕੀਮਤ ਪਾਈ ਪਾਵਨ ਹਾਰੈ ਔਰ ਵੇ ਪ੍ਰਵਾਹ ਪੂਰੇ ਭੰਡਾਰੈ। ਉਸ ਵੇ ਪ੍ਰਵਾਹ ਦੇ ਭੰਡਾਰ ਨਾਮ ਨਾਲ ਭਰੇ ਪਏ ਨੇ, ਮੁੱਕਦੇ ਹੀ ਨਹੀਂ। ਜਿੰਨਾ ਜਪੋ ਉਨਾ ਵੱਧਦਾ ਖਜ਼ਾਨਾ। ਕਈਆਂ ਨੇ ਕਮਿਊਨਿਟੀ ਕਿਚਨ 'ਚ ਲਿਖਾਇਆ ਹੁੰਦਾ, ਖਾਵੇਂ ਖਰਚਾ ਰਲ ਮਿਲ ਪਾਈ ਤੋਟ ਨਾ ਆਵੇ ਲੰਗਰ ਹਾਲ 'ਚ, ਮੈਸ 'ਚ। ਇਹ ਪੰਕਤੀਆਂ ਉੱਥੇ ਲਿਖਣ ਵਾਲੀਆਂ ਨਹੀਂ। ਪ੍ਰੇਮੀਓ, ਕਮਿਊਨਿਟੀ ਕਿਚਨ 'ਚ ਜਿਹੜੀ ਗਰੋਸਰੀ ਹੈ ਉਹ ਮੁੱਕਦੀ ਹੈ। ਉਹ ਸੰਗਤ ਲਿਆਉਂਦੀ ਹੈ, ਪ੍ਰਬੰਧਕ ਪਰਚੇਜ ਕਰਕੇ ਲਿਆਉਂਦੇ ਨੇ। ਐਵੇਂ ਨਹੀਂ ਕੰਮ ਚੱਲਦਾ। ਉਹਨੂੰ ਸਟੋਰ ਕਰਨਾ ਪਵੇਗਾ। ਜਿੱਥੇ ਮਹਾਰਾਜ ਕਹਿੰਦੇ ਨੇ ਖਾਵੇਂ ਖਰਚੇ ਰਲ ਮਿਲ ਭਾਈ, ਉਹ ਸ਼ਬਦ ਦਾ ਲੰਗਰ ਹੈ। ਕਥਾ ਕਰਨ ਦੀ ਜਾਚ ਆ ਗਈ ਹੈ, ਮੈਂ ਨਹੀਂ ਸੁਣਾਣੀ, ਤੇਰਾ ਗੁਣ ਘਟਣਾ ਸ਼ੁਰੂ ਹੋ ਜਾਏਗਾ। ਤੂੰ ਰੋਜ਼ ਸੁਣਾ, ਤੇਰਾ ਕੰਮ ਪਾਲਿਸ਼ ਹੋਵੇਗਾ, ਤੇਰੀ ਵਿਦਿਆ ਵਧੇਗੀ। ਜਿਵੇਂ ਜਿਵੇਂ ਖਰਚੇਗਾ ਤਿਵੇਂ ਤਿਵੇਂ ਵਧੇਗੀ, ਜਿਵੇਂ ਜਿਵੇਂ ਕੰਜੂਸੀ ਕਰੇਗਾ ਤਿਵੇਂ ਤਿਵੇਂ ਘਟੇਗੀ। ਇਹਨੂੰ ਕਹਿੰਦੇ ਨੇ ਸਰਸਵਤੀ ਕੇ ਭੰਡਾਰ ਕੀ, ਸਰਸਵਤੀ ਵਿਦਿਆ ਨੂੰ ਕਹਿੰਦੇ ਨੇ। सरस्वती के भंडार की बड़ी अपूर्व बात, ज्यों ज्यों खर्चो त्यों बढ़े, बिन खर्चे घट जात। विद्या नूं खर्चीए ते विद्या वधदी है, विद्या नूं ना खर्चीए, कंजूसी करिए, खिमा करना निश्चित है, विद्या घटदी है। सार किताबली ग्रंथ विच भरथरी ने भी लिखिया, बिख विद्या अभ्यास बिन। 1 घंटा तुसी संगत विच बोलना है, खिमा करना 10 मिनट भी पढ़ना नहीं, किवें बोलेगा तू? साडे उत्थे ढोल भर लेंदे ना दाणियां दा, सारा साल कढ़ा कढ़ा के पिया पिया के प्रशादे छकदे ने। ते जे ढोल भरिया ही नहीं तो कढ़ेगा की? जो पावे भांडे विच वथ साह निकले, क्या कोई करे विचारा? ढोल भरना चाहिए, रोज़ थोड़ा थोड़ा उत्तों पा देने चाहिए ने, 2-4 टीन, जिन्ने को निकले उन्ने को पा दिते, खाली ना होवे। जिमें जिमें वंडेगा, जिमें जिमें खर्चेगा, तिवें तिवें तेरी विद्या वधेगी। जिमें जिमें कंजूसी करेगा, तिवें तिवें तेरा काम घटेगा। मैं नहीं सिखाना, मैं नहीं दसना, खत्म हो जाएगा। इत्थे पंक्तियां टुकदियां ने। हेठां शरीर की खुराक है, इत्थे आत्मा की खुराक। हेठली खुराक मूँह नाल छकी जाती है, ਜਿਹੜੀ ਇੱਥੇ ਖੁਰਾਕ ਹੈ ਇਹ ਕੰਨਾਂ ਨਾਲ ਛਕੀ ਜਾਂਦੀ ਹੈ। ਪਰਾ, ਬਸੰਤੀ, ਮੱਧਮਾ ਤੇ ਬੈਖਰੀ, ਇੱਥੋਂ ਧੁਨ ਉੱਠਦੀ ਹੈ। ਪਰਾ, ਪਰਾ ਮੀਨਸ ਧੁਨ ਉੱਠਣੀ, ਧੁਨੀ ਤੋਂ। ਫਿਰ ਅੱਗੇ ਆ ਕੇ ਬਸੰਤੀ, ਉੱਥੇ ਨੂੰ ਸ਼ਬਦ ਮਿਲਦੇ ਨੇ। ਫਿਰ ਮੱਧਮਾ ਔਰ ਬੈਖਰੀ ਮੈਨੇ ਬਖਾਰ, ਬਖੇਰ ਦੇਣਾ, ਫਿਰ ਉਹ ਬਾਹਰ ਕੱਢ ਦਿੰਦਾ। ਫਿਰ ਇਹਨੂੰ ਇੱਦਾਂ ਯੂ ਟਰਨ ਮਰਵਾ ਕੇ ਇੱਧਰੋਂ ਦੀ दूहां कन्ना राही अंदर लैके जाना है। शरीरक भोजन जिहड़ा है उन्होंने बनाने लग्या ज़्यादा वक्त लगता है, खाण लग्या थोड़ा वक्त लगता है। तो ये जिहड़ा भोजन है इनू इत्थे बनाने लग्या कोई बहुता वक्त नहीं लगता, पर इनू छकन लग्या, पचान लग्या बहुता वक्त लगता है। ये कन्ना राही अंदर जाता है। इसलिए कीमत पाई पावन हारै, वे प्रवाह पूरे भंडारै, सर्ब कला ले आपे रहा, गुरमुख किसै बुझाएंदा। आप ही अपनी शक्ति लैके व्यापक है, जिहड़ा गुरु दे सन्मुख हुंदा उहनूं गल समझ आउंदी है। हुण अगले बोल जिहड़े मैं आप जी की नज़र करने ने बचे हुए 15-16 मिनटां विच बड़े ध्यान नाल सुनिया ने। नदर करे पूरा गुर भेटै। नदर मीन्स इनायत, कृपा दृष्टि।
ਹੁਣ ਜਿਹੜਾ ਸਾਨੂੰ ਤੁਹਾਨੂੰ ਗੁਰੂ ਮਿਲਿਆ ਨਾ ਉਹ ਪੂਰਾ ਹੈ। ਅੱਛਾ, ਉਸ ਦੀ ਪਰਿਭਾਸ਼ਾ ਕੀ ਹੈ? ਉਸ ਦੀ ਸਮਤਾ ਨਿਰੰਕਾਰ ਨਾਲ ਹੈ। ਵਾਹ ਵਾਹ ਬਾਣੀ ਕਹਿ ਦਿਆ ਕਰੋ ਜਿਹੜੀ ਪੰਕਤੀ ਆਉਂਦੀ ਹੋਵੇ, ਵਾਹ ਵਾਹ ਬਾਣੀ ਨਿਰੰਕਾਰ ਹੈ। ਕਿੱਡੀ ਵੱਡੀ ਸਮਤਾ। ਤਿਸ ਜੇਵੜ ਅਵਰ ਨਾ ਕੋਈ। ਇਹ ਜਿਹੜਾ ਗੁਰੂ ਮਿਲਿਆ ਏ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੋਇਆ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਗੁਰਦੁਆਰੇ ਦੀਆਂ ਕੰਧਾਂ ਨਾਲ ਖਹਿ ਕੇ ਨਾ ਬੰਦਾ ਕੱਪੜੇ ਕਲੀ ਨਾਲ ਲਬੇੜ ਕੇ ਚਲਾ ਜਾਏਗਾ, ਪਰ ਜੇ ਰਹਿਮਤ ਨਹੀਂ ਹੋਈ ਤੇ ਇੱਥੇ ਝੋਲੀ ਚਾ ਕੇ ਨਹੀਂ ਬੈਠ ਸਕਦਾ। ਇਹ ਉਹੀ ਬੈਠੇਗਾ ਜਿਹਦੇ ਤੇ ਤਰਸ ਉਹਨੂੰ ਹੋ ਗਿਆ, ਜਿਹਦੇ ਤੇ ਮਿਹਰਾਮਤ ਹੋ ਗਈ ਹੈ। ਔਰ ਡਿਗਰੀ ਡਿਪਲੋਮਾ ਉਸੇ ਨੂੰ ਮਿਲਦਾ ਜਿਹੜਾ ਅਕੈਡਮੀ ਅਟੈਂਡ ਕਰਦਾ, ਜਿਹੜਾ ਦਰਵਾਜ਼ੇ ਤੋਂ ਮੁੜ ਜਾਂਦਾ ਉਹਨੂੰ ਨਹੀਂ ਮਿਲਦਾ। ਇਹ ਵੀ ਮੈਂ ਬੇਨਤੀ ਕਰਦੇ ਹਾਂ। ਮਨ ਮਾਰ ਕੇ ਬੈਠਣਾ ਬੜੀ ਵੱਡੀ ਗੱਲ ਹੈ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ, 8-8 ਘੰਟੇ ਪਾਠਾਂ ਦੀਆਂ ਰੌਲਾ ਲਾਉਣ ਵਾਲੇ ਕਹੋ 8 ਮਿੰਟ ਬੈਠ ਕੇ ਸੁਣ ਲਓ। ਤੁਸੀਂ ਕਦੀ ਸਾਡੇ ਲਾਣੇ ਨੂੰ ਇੱਥੇ ਬੈਠੇ ਵੇਖਿਆ? ਮੈਨੂੰ ਰਾਗੀਆਂ ਨੂੰ, ਗ੍ਰੰਥੀਆਂ ਨੂੰ, ਪਾਠੀਆਂ ਨੂੰ ਨਾ ਵੇਖਿਆ ਹੈ, ਨਾ ਹੀ ਕਦੀ ਵੇਖੋਗੇ। ਕਹਿ ਦਿਓ ਸਤਨਾਮ ਸ੍ਰੀ। ਸੁਣਾਉਣਾ ਬਹੁਤ ਆਸਾਨ ਹੈ, ਸੁਣਨਾ ਨਾਮੁਮਕਿਨ ਨਹੀਂ, ਪਰ ਆਸਾਨ ਨਹੀਂ ਹੈ। ਮਨ ਮਾਰਨਾ ਪੈਂਦਾ। ਗੁਰੂ ਪ੍ਰਾਪਤ ਹੁੰਦਾ ਜਦੋਂ ਉਹਦੀ ਨਦਰ ਹੁੰਦੀ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ। ਨਦਰ ਕਰੇ ਪੂਰਾ ਗੁਰ ਭੇਟੈ, ਜਮ ਜੰਦਾਰ ਨਾ ਮਾਰੇ ਫੇਟੈ। ਜੇ ਪੂਰਾ ਗੁਰੂ ਮਿਲ ਜਾਏ ਫਿਰ ਜਮ ਜੰਦਾਰ ਉਹਨੂੰ ਫੇਟ ਨਹੀਂ ਮਾਰ ਸਕਦਾ। ਅੱਛਾ, ਕਿਸ ਤਰ੍ਹਾਂ ਨਹੀਂ ਮਾਰ ਸਕਦਾ? ਤੁਸੀਂ ਕਹਿੰਦੇ ਹੋ ਵੀ ਜੋ ਉਪਜਿਓ ਸੋ ਬਿਨਸ ਹੈ। ਜਦੋਂ ਜਨਮ ਹੋਣਾ ਹੈ ਤੇ ਮੌਤ ਵੀ ਹੋਣੀ ਹੈ। ਫਿਰ ਜਮ ਜੰਦਾਰ ਨਾ ਮਾਰੇ ਫੇਟੇ ਨੂੰ ਕਿਵੇਂ ਐਕਸਪਲੇਨ ਕਰੋਗੇ? ਤਾਂ ਇਹ ਥੋੜਾ ਜਿਹਾ ਮੈਂ ਤੁਹਾਡੇ ਚਰਨਾਂ ਚਰਜ ਕਰ ਦਿਆਂ। ਜਮਾਂ ਦੀ ਚੋਟ ਉਹਨੂੰ ਨਹੀਂ ਲੱਗਦੀ, ਤੁਹਾਡੀ ਤਸੱਲੀ ਗੁਰਬਾਣੀ ਨਾਲ ਹੁੰਦੀ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਦੁੱਖ ਆਉਂਦੇ ਨੇ, ਦੁੱਖ ਪਾਉਂਦਾ ਨਹੀਂ ਉਹ। ਇਹ ਵੀ ਮੈਂ ਬੇਨਤੀ ਕਰਦੇ ਹਾਂ। ਇਹ ਨਹੀਂ ਵੀ ਉਹਦੇ ਤੇ ਦੁੱਖ ਨਹੀਂ ਆਉਂਦੇ। ਦੁੱਖ ਕਿਹਦੇ ਤੇ ਨਹੀਂ ਆਉਂਦੇ? ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਨੇ, ਸਾਹਿਬਜ਼ਾਦੇ ਨੀਹਾਂ 'ਚ ਖੜੇ ਨੇ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਰਹੇ ਨੇ, ਮਤੀ ਦਾਸ, ਸਤੀ ਦਾਸ, ਦਿਆਲਾ, ਸ਼ਬੇਕ ਸਿੰਘ, ਸ਼ਾਹਬਾਜ਼ ਸਿੰਘ, ਤਾਰੂ ਸਿੰਘ, ਮਨੀ ਸਿੰਘ, ਕਿਤਨਿਆਂ ਦੀ ਗਿਣਤੀ ਕਰੀਏ। ਪੱਠੀਆਂ 'ਚ ਚੋਕੇ, ਆਰਿਆਂ ਨਾਲ ਚੀਰੇ, ਨੇਜਿਆਂ ਤੇ ਟੰਗੇ, ਪਤਾ ਨਹੀਂ ਕਿੰਨੀ ਲੰਬੀ ਦਾਸਤਾਨ ਹੈ। ਰਾਮਚੰਦਰ ਜੀ 14 ਸਾਲ ਬਨਵਾਸ 'ਚ ਭਟਕ ਰਹੇ ਨੇ। ਈਸਾ ਜੀ ਨੂੰ ਸਲੀਬ ਤੇ ਜਿਉਂਦੇ ਜੀ ਹੱਥਾਂ 'ਚ ਕਿੱਲ ਠੋਕੇ ਗਏ। ਇਬਰਾਹੀਮ ਅੰਗਾਰਾਂ ਤੇ ਤੁਰ ਰਿਹਾ। ਦੁੱਖ ਆਉਣਗੇ, ਕਿਉਂਕਿ ਮੇਰਾ ਸੁਭਾਅ ਹੈ, ਮੈਂ ਝੂਠੇ ਸਬਜ਼ ਬਾਗ ਨਹੀਂ ਦਿਖਾਉਂਦਾ। ਦੁੱਖ ਆਉਣਗੇ, ਪਰ ਹਾਂ ਇੱਕ ਗੱਲ ਪੱਕੀ ਹੈ, ਜੇ ਉਹ ਅਵਸਥਾ ਬਣ ਗਈ ਦੁੱਖ ਆਉਣਗੇ, ਤੁਹਾਨੂੰ ਵਿਚਲਤ ਨਹੀਂ ਕਰ ਸਕਣਗੇ। ਤੁਹਾਡਾ ਸੰਤੁਲਨ ਇੰਨਾ ਜ਼ਬਰਦਸਤ ਬਣੇਗਾ ਵੀ ਦੁੱਖ ਵਿੱਚ ਸੂਖ ਮਨਾਈ ਵਾਲੀ ਤੁਹਾਡੀ ਅਵਸਥਾ ਬਣ ਜਾਏਗੀ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣੇ ਮਾਇਆ ਮਦ ਮਤ। ਹੰਕਾਰ ਦੇ ਬੋਲ ਨਹੀਂ ਫਿਰ ਉਹ ਬੋਲਦਾ। ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ। ਤੂੰ ਸੰਤਾਂ ਕਾ ਸੰਤ ਤੇਰੇ, और तेरे सेवक को भौ किछ नाही। जम नहीं आवे निरे। इनू भाई गुरदास साहब ने बड़े सोहने ढंग नाल खोलिया। भाई साहब ये किदां हो सकता भी जो सारियां नाल वापरना सिख नाल क्यों नहीं वापरेगा? वो कहंदे इदां, कहंदे किदां? कहंदे जिस तरह कागज़ नूं पानी सुट दिओ, कागज़ गल जांदा है, झटपट गल जांदा है, पर उस कागज़ नूं पानी घिओ नाल चोपड़ के दूआं पासियां तो फिर पानी सुटो तो वाटरप्रूफ हो जाएगा, गलेगा नहीं। जैसे किरतास गर जात जल बूंद परी। कागज़ ते 4 बूंदा पानी दियां डिग पैण कागज़ गल जांदा है, पर जे उहनूं घिओ नाल चोपड़ के किसी लेक विच भी सुट दईए तो उहदा कुछ नहीं बिगाड़ सकते। कृत संबंध जल मद सावधान है। जे घिओ की संगत मिल जाए तो पानी विच भी अपना बचा कर सकता है। जैसे किरतास कागज़ गर जात गल जाता है, जल बूंद परी। कृत संबंध जल मद सावधान है।
जैसे कोट भार तूल तनक चिनंग परै तेल मेल दीपक में बाती विद्यमान है। करोड़ों मन रूह पिंज के सुटिया, थोड़ी जी अग की चिंगारी उन्होंने मिल जाए सारा रूह पलक चलक च स्वाह। पर उसे रूह की एक बत्ती वट के दीवे च पा दिओ, कई टीन तेल दे घ्यो दे खाली कर देगा ते बत्ती फिर ज्यों दी त्यों है। उस रूह नूं अग साड़ नहीं सकती। क्यों? क्योंकि उन्होंने भी तेल ते घ्यो की संगत मिल गई है। जैसे लोह बूढ़ जात सलल में डारत ही, एक छोटा जिहा क्वाइन लैके पानी च पाओ वह भी डुब जाएगा। पर जे किते उस लोहे नूं लकड़ की संगत मिल जाए फिर वो पानी की छाती के उत्ते भी तारियां लगाता है। जैसे लोह बूढ़ जात डुब जाता है, सलल में डारती पानी विच पांदियां सारी। पर काष्ट प्रसंग, काष्ट लकड़ की संगत मिल जाए, गंग सागर ना मान है, वो सागरां विच भी तारियां लान लग पैंदा। फिर तैसे जम काल ब्याल सगल संसार ग्रसै, जम रूपी बिल्ला सारिਆਂ ਨੂੰ ग्रसदा है। किस तरह ग्रसदा है जी? बारे बुढ़े तरुणे भैया सब हूं जम ले जाई है रे। बारे में ना बच्चे, बुढ़े भाव स्पष्ट है, तरुणे जवान। ਉਹਦਾ दिल करे किसी बच्चे नूं लै जाए, दिल करे बजुर्ग नूं लै जाए, दिल करे जवान नूं लै जाए। महाराज सारिਆਂ ਨੂੰ दीर्घ आयु बख्शे। पर साडे तुहाडे सामने मौतां जवान भी ਹੁੰਦੀਆਂ ने, बचपन विच भी आउंदियां ने, और बुढ़ापे विच ते इस करके होनी है भी उन्होंने फल पक्का होया है। ते हुण कोई नाम ही तोड़े, हवा का झोंका आवे, पक्का होया फल पटक करके थले डिग पैंदा। जदों बिरध हो जाइए ना, उदों तो पक्के हुए फल वर्गी गल होंदी है। इसलिए जदों 55-60 पार कर जाइए ना, उदों डबल शुकराना करो, ये बोनस है। हुण पिछे दा ध्यान छड्डो, अगे वाल ध्यान करो। 100 मील का सफ़र है, 60 मील सफ़र तय कर लिया है। पहला कहने जी 90 रह गया, 80 रह गया, 70, 60, 50 रह गया। असी इन्ना सफ़र तय कर लिया, और जदों 20 को रह जाए फिर कहने हुण 20 रह गया। अग्गा नेड़े आया, पिछा रहा, वो अवस्था बन जाती। हुण असी तुसी ते अगे की गल करिए, पिछे की ना करिए, क्योंकि अग्गा नेड़े आ गया। और प्रेमियों, साडे तुहाडे सामने रोज़ फ्यूनल हुंदे ने, साडा क्यों नहीं होवेगा? होना है, वो भी होना है। इस करके उसकी तैयारी करिए। इस तो पहला पहला वो समा आवे, जो करना आए वो कर लईए। तैसे जम काल ब्याल सगल संसार ग्रसै, बारे बुढ़े तरने भैया सब हूं जम ले जाई है रे। मानस बपरा मूसा कीनो मीच बलैया खाई है रे। बंदा जेड़ा है ना, वो मानो चूहा है ते मौत बिल्ली है। तुसी कदी चूहे ते बिल्ली की खेड वेखी होवे ते मुबारक है, बड़ा कॉन्फिडेंस हुंदा बिल्ली नूं। कोई टेंशन नहीं हुंदी भी भज जाएगा, कोई टेंशन नहीं हुंदी बच जाएगा। बड़े आराम नाल उहदे नाल थोड़ा जिहा पहलां खेडदी है, मौका देंदी है, पता है दबोच लेना कित्थे जाएगा। इसे तरह मौत नूं इन्ना कॉन्फिडेंस है, बंदा बच के जाएगा कित्थे, मैं काबू कर ही लेना। अच्छा, इनू थोड़ा जिहा होर समझ लईए। मौत गुरमुख की भी आउणी है, मौत मनमुख की भी आउणी है, मौत भले की भी आउणी है, बुरे की भी आउणी है, आस्तिक की भी आउणी है, नास्तिक की भी आउणी है। पर इस मौत में फर्क हुंदा है। की फर्क हुंदा है जी? बिल्ली दे दंद, बिल्ली का जबाड़ा चूहे वास्ते वो मौत का कारण है, भयानक है ना, डरावना है। पर कदी कदी इस तरह हुंदा है, उसे जबाड़े विच बिल्ली अपने बलूंगड़े नूं दबा के और धड़का मारदी हुई कोठियां दीयां छत्तां तो अगे जा रही हुंदी है। कोई अनाड़ी बंदा वेख के तरबक जाता, वो तुहाडा भला हो जाए, अज तो अपने बलूंगड़े नूं खा चलीए। तो फिर कोई सियाणा कहता नहीं, जिथे दे बलूंगड़े सन इनू खतरा पासिया है।
ਉਥੋਂ ਮੂੰਹ ਵਿੱਚ ਦਬਾ ਕੇ ਇਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾ ਰਹੀ ਹੈ। ਮਨਮੁਖ ਵਾਸਤੇ ਮੌਤ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਿੱਲੀ ਦਾ ਜਬਾੜਾ ਹੈ, ਦਲਮਲ ਦਿੰਦਾ ਹੈ। ਗੁਰਮੁਖ ਵਾਸਤੇ ਉਹੀ ਜਬਾੜਾ ਹੈ, ਉਹੀ ਬਿੱਲੀ ਹੈ, ਮੌਤ ਉਹੀ ਹੈ, ਪਰ ਉਹਨੂੰ ਸਿਰਫ ਟਰਾਂਸਫਰ ਕਰਦੀ ਹੈ, ਲੋਕ ਚੋਂ ਚੁੱਕ ਕੇ ਪਰਲੋਕ ਵਿੱਚ ਪਹੁੰਚਾ ਦਿੰਦੀ ਹੈ, ਕਸ਼ਟ ਨਹੀਂ ਦਿੰਦੀ। ਤੈਸੇ ਜਮ ਕਾਲ ਬਿਆਲ ਸਗਲ ਸੰਸਾਰ ਗ੍ਰਸੈ, ਸਤਿਗੁਰ ਭੇਟਤ ਹੀ ਦਾਸਨ ਦਾਸਾਨ ਹੈ। ਸਤਿਗੁਰੂ ਨਾਲ ਮਿਲਦਿਆਂ ਸਾਰੀ ਉਹ ਮੌਤ ਸਿੱਖ ਦੀ ਦਾਸ ਬਣ ਜਾਂਦੀ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਨਦਰ ਕਰੇ ਪੂਰਾ ਗੁਰ ਭੇਟੈ, ਜਮ ਜੰਦਾਰ ਨਾ ਮਾਰੇ ਫੇਟੈ। ਅੱਗੇ ਇੱਕ ਹੋਰ ਬੜਾ ਕਮਾਲ ਦਾ ਬਚਨ ਕੀਤਾ ਹੈ, ਫਿਰ ਗੁਰੂ ਹੋਰ ਕੀ ਕਿਰਪਾ ਕਰਦਾ ਹੈ। ਜਿਉਂ ਜਲ ਅੰਤਰ ਕਮਲ ਬਿਗਾਸੀ, ਆਪੇ ਬਿਗਸ ਧਿਆਏਂਦਾ। ਸਿੱਖ ਨੂੰ ਇਸ ਤਰ੍ਹਾਂ ਰੱਖਦਾ ਹੈ ਜਿਵੇਂ ਚਿੱਕੜ ਵਿੱਚ ਕੌਲ ਫੁੱਲ ਹੁੰਦਾ ਹੈ। ਸੰਗਤ ਜੀ, ਕਮਲ ਫੁੱਲ ਬਾਰੇ ਤੁਸੀਂ ਬੜੀ ਵਾਰ ਸੁਣਿਆ ਹੋਵੇਗਾ। ਇਹ ਆਮ ਤੌਰ ਤੇ ਚਿੱਕੜ ਵਿੱਚ ਉੱਗਦਾ ਹੈ। ਚਿੱਕੜ ਚੋਂ ਬਦਬੂ ਆਉਂਦੀ ਹੈ, ਗੰਦਾ ਹੁੰਦਾ ਨਾ ਚਿੱਕੜ, ਪਰ ਉੱਗੇਗਾ ਜਦੋਂ ਚਿੱਕੜ ਵਿੱਚ ਹੀ ਉੱਗੇਗਾ। ਤੁਸੀਂ ਸਾਫ ਸੁਥਰੀ ਜ਼ਮੀਨ ਵਾਹ ਬਣਾ ਕੇ ਤਿਆਰ ਕਰ ਲਓ ਵੀ ਕਮਲ ਦੀ ਖੇਤੀ ਕਰਨੀ ਹੈ, ਨਹੀਂ ਹੋਵੇਗੀ। ਉਹ ਚਿੱਕੜ ਵਿੱਚ ਹੀ ਉੱਗੇਗਾ ਜਦੋਂ ਉੱਗੇਗਾ। ਪਰ ਚਿੱਕੜ ਵਿੱਚ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਚਿੱਕੜ ਵਿੱਚ ਲਿਬੜ ਨਹੀਂ ਦਿੰਦਾ, ਯਾਨੀ ਉਹਦੀ ਬੰਤਰ ਨਿਰੰਕਾਰ ਨੇ ਇਸ ਤਰ੍ਹਾਂ ਦੀ ਬਣਾਈ ਹੈ, ਉਹ ਚਿੱਕੜ ਉੱਤੋਂ ਤਿਲਕ ਜਾਂਦਾ ਹੈ। ਗੁਰੂ ਕੀ ਕਰਦਾ ਹੈ? ਗੁਰੂ ਸਿੱਖ ਨੂੰ ਸੰਸਾਰ ਵਿੱਚ ਰੱਖ ਕੇ, ਮਾਇਆ ਵਿੱਚ ਰੱਖ ਕੇ ਮਾਇਆ ਪ੍ਰੂਫ ਬਣਾ ਦਿੰਦਾ। ਹੁਣ ਇਹ ਤੇ ਸਾਰੇ ਕਹਿੰਦੇ ਨੇ ਵੀ ਗੁਰੂ ਤੋਂ ਬਿਨਾਂ ਗਤ ਨਹੀਂ, ਸ਼ਾਹ ਤੋਂ ਬਿਨਾਂ ਪਤ ਨਹੀਂ, ਪਰ ਸਿੱਖੀਜ਼ਮ ਕਹਿੰਦਾ ਗੁਰੂ ਉਹ ਜਿਹੜਾ ਰੱਖੇ ਸੰਸਾਰ ਵਿੱਚ ਤੇ ਸੁਰਤ ਨਿਰੰਕਾਰ ਨਾਲ ਜੋੜਦਾ। ਭਾਈ ਗੁਰਦਾਸ ਕਹਿੰਦੇ ਨੇ, ਆਪਨੋ ਸੁਵਨ ਸਭ ਕਾਹੂ ਹੈ ਸੁੰਦਰ ਲੱਗੇ। ਤਿੰਨ ਉਦਾਹਰਨਾਂ ਬੜੇ ਧਿਆਨ ਨਾਲ ਸੁਣਿਆ ਜੀ। ਆਪਨੋ ਸੁਵਨ, ਆਪਣਾ ਪੁੱਤਰ ਹਰ ਇੱਕ ਨੂੰ ਸੋਹਣਾ ਲੱਗਦਾ। ਕੋਈ ਬੀਬੀ ਨਾ ਚਾਈਲਡ ਕੇਅਰ ਦਾ ਕੰਮ ਕਰਦੀ ਸੀ, 10 15 20 ਬੱਚੇ ਕੋਲ, ਉਹਨਾਂ ਦੀ ਦੇਖਭਾਲ ਕਰਨੀ। ਆਪਣਾ ਬੱਚਾ ਵੀ ਉਹਦਾ ਵਿੱਚ ਹੀ ਬੈਠਾ ਹੁੰਦਾ, ਛੋਟਾ ਸੀ, ਔਰ ਮੇਰੇ ਵਰਗਾ ਉਹ ਸਾਰਿਆਂ ਤੋਂ ਕਰੂਪ, ਬਾਕੀ ਸਾਰਿਆਂ ਬੱਚਿਆਂ ਤੋਂ ਕਰੂਪ ਉਹਦਾ ਆਪਣਾ ਬੱਚਾ। ਤੇ ਕਿਸੇ ਨੇ ਪੁੱਛ ਲਿਆ ਵੀ ਬੀਬੀ ਇਹ 15 20 ਬੱਚੇ ਨੇ ਨਾ, ਸਾਰਿਆਂ ਤੋਂ ਸੋਹਣਾ ਬੱਚਾ ਕਿਹੜਾ? ਤੂੰ ਆਪਣੇ ਪੁੱਤਰ ਉਂਗਲ ਕਰਕੇ ਕਹਿਣਗੇ ਸਾਰਿਆਂ ਤੋਂ ਸੋਹਣਾ ਇਹ ਹੈ। ਆਪਣਾ ਪੁੱਤਰ ਤੇ ਸਾਰਿਆਂ ਨੂੰ ਸੋਹਣਾ ਲੱਗਦਾ। ਆਪਣੋ ਸੁਵਨ ਸਭ ਕਾਹੂ ਹੈ ਸੁੰਦਰ ਲਾਗੈ, ਸਫਲ ਸੁੰਦਰਤਾ ਸੰਸਾਰ ਮੈਂ ਸਰਾਈਏ। ਅਸਲ ਸੁੰਦਰ ਕੌਣ ਹੈ? ਜਿਹਨੂੰ ਸੰਸਾਰ ਸੁੰਦਰ ਆਖੇ। ਤੂੰ ਘਰ ਬੈਠ ਕੇ ਵਿਸ਼ਵ ਸੁੰਦਰੀ ਨਹੀਂ ਬਣ ਜਾਂਦੀ, ਕੰਪੀਟੀਸ਼ਨ ਜਿੱਤਣਾ ਪੈਂਦਾ ਨਾ। ਲੋਕ ਕਹਿੰਦੇ ਨੇ ਵਿਸ਼ਵ ਸੁੰਦਰੀ ਹੈ, ਮਿਸ ਇੰਡੀਆ ਹੈ, ਮਿਸ ਕੈਨੇਡਾ ਹੈ, ਮਿਸ ਅਮਰੀਕਾ ਹੈ। ਐਦਾਂ ਨਹੀਂ। ਮਾਂ ਨੇ ਕਹਿ ਦਿੱਤਾ ਤੂੰ ਬਹੁਤ ਸੋਹਣੀ ਹੈ, ਪਿਓ ਨੇ, ਉਹ ਤੇ ਕਵੇਗਾ। ਹਰ ਪਿਓ ਨੂੰ ਆਪਣੀ ਧੀ ਪਰੀ ਲੱਗਦੀ ਹੈ ਨਾ, ਲਾਡਲੀ ਲੱਗਦੀ, ਲੱਗਣੀ ਚਾਹੀਦੀ ਹੈ। ਆਪਣੋ ਸੁਵਨ ਸਭ ਕਾਹੂ ਹੈ ਸੁੰਦਰ ਲਾਗੈ, ਸਫਲ ਸੁੰਦਰਤਾ ਸੰਸਾਰ ਮੈਂ ਸਰਾਈ ਹੈ। ਆਪਣੋ ਬਨਜ ਬੁਰੋ ਲਾਗਤ ਨਾ ਕਾਹੂ ਹਿਰਦੈ। ਕੰਮ ਕਿਤਨਾ ਵੀ ਗਿਆ ਗੁਜ਼ਰਿਆ ਹੋਵੇ, ਬੰਦੇ ਨੂੰ ਲੱਗਦਾ ਵੀ ਜਿਹੜਾ ਮੇਰਾ ਕਾਰੋਬਾਰ ਹੈ ਤੇ ਸਾਰਿਆਂ ਤੋਂ ਵਧੀਆ ਕਾਰੋਬਾਰ ਹੈ। ਕਾਰੋਬਾਰ ਚੰਗੇ ਵੀ ਹੁੰਦੇ ਨੇ ਤਾਂ ਕਾਰੋਬਾਰ ਨਾ ਚੰਗੇ ਵੀ ਹੁੰਦੇ ਨੇ, ਮੈਨੂੰ ਖਿਮਾ ਕਰ ਦੇਣਾ। ਕਈ ਕਾਰੋਬਾਰ ਹੀ ਇਸ ਤਰ੍ਹਾਂ ਦੇ ਨੇ, ਚੀਟਿੰਗ ਹੈ। ਗਾਹਕ ਨੂੰ ਕਹਿਣਾ ਪਲਾਟ ਤੇ ਲੱਭਦਾ ਹੀ ਨਹੀਂਗਾ, ਤੇ ਓਨਰ ਨੂੰ ਕਹਿਣਾ ਜੀ ਗਾਹਕ ਹੀ ਕੋਈ ਨਹੀਂਗਾ। ਐਦਾਂ ਖਿੱਚ ਧੂ ਕੇ ਦੂਜਿਆਂ ਨੂੰ ਲਿਆਉਣਾ। ਫਿਰ ਮੈਂ ਜੀ ਟੋਪੀ ਪਾਉਂਦੇ ਹੋ, ਲੁਧਿਆਣੇ ਦੀ ਗੱਲ, ਉਹ ਕਹਿੰਦੇ ਟੋਪੀ ਗਿਆਨੀ ਜੀ ਕੀ ਹੁੰਦੀ ਹੈ? ਅਸੀਂ ਤੇ ਟੋਪੇ ਪਾਉਂਦੇ ਹਾਂ, ਟੋਪੇ। ਐਦਾਂ ਕਹਿੰਦੇ ਟੋਪੇ ਪਾਉਂਦੇ ਹਾਂ। ਚਲੋ ਮਹਾਰਾਜ ਨੇ ਇੱਕ ਕਿਰਪਾ ਕੀਤੀ ਵੀ ਹੁਣ ਥੋੜਾ ਜਿਹਾ ਚੇਂਜਿੰਗ ਆ ਰਹੀ ਹੈ। ਰਵਾਇਤੀ ਪਾਰਟੀਆਂ ਤੋਂ ਵੱਖ ਹੋ ਕੇ ਥੋੜੇ ਜਿਹੇ ਐਸੇ ਲੋਕਾਂ ਦੇ ਸ਼ਿਕੰਜੇ ਕੱਸੇ ਗਏ ਨੇ, ਵਧੀਆ ਗੱਲ ਹੈ, ਕੱਸਣੇ ਚਾਹੀਦੇ ਨੇ। ਆਪਣੋ ਬਨਜ ਬੁਰੋ ਲਾਗਤ ਨਾ ਕਾਹੂ ਹਿਰਦੈ। ਆਪਣਾ ਕਾਰੋਬਾਰ ਕਿਸੇ ਨੂੰ ਵੀ ਬੁਰਾ ਨਹੀਂ ਲੱਗਦਾ, ਪਰ ਕਾਰੋਬਾਰ ਉਹ ਚੰਗਾ ਹੁੰਦਾ ਜਿਹਨੂੰ ਧਰਮ ਗ੍ਰੰਥ ਚੰਗਾ ਕਹਿਣ। ਉੱਤਮ ਕਰਮ ਲੋਕ ਵੇਦ ਅਵਗਾਈਏ, ਆਪਣੋ ਆਪਣੋ ਕੁਲਾ ਧਰਮ ਕਰਤ ਸਭੈ।
ਆਪਣੇ ਆਪਣੇ ਕੁੱਲ ਅਨੁਸਾਰ ਕੋਈ ਖੇਤੀ, ਕੋਈ ਵਾਹੀ, ਕੋਈ ਹਟਵਾਣੀਆਂ। ਅਸਲ ਕਰਮ ਉਹ ਹੈ ਜਿਹੜਾ ਗੁਰਬਾਣੀ ਕਵੇ। ਅਖੀਰ 'ਚ ਕੀ ਕਹਿੰਦੇ ਨੇ? ਗੁਰ ਬਿਨ ਮੁਕਤ ਨਾ ਹੋਏ ਸਭ ਕੋਉ ਕਹੈ। ਗੁਰ ਬਿਨ ਮੁਕਤ ਨਾ ਹੋਏ ਸਭ ਕੋਉ ਕਹੈ। ਮਾਇਆ ਮੈਂ ਉਦਾਸ ਰੱਖੈ ਸੋਈ ਗੁਰ ਚਾਹੀਏ। ਅਸਲ ਗੁਰੂ ਉਹ ਹੈ ਜਿਹੜਾ ਰੱਖੇ ਸੰਸਾਰ ਵਿੱਚ ਸੁਰਤ ਨਿਰੰਕਾਰ ਨਾਲ ਜੋੜਦਾ ਹੈ। ਫਿਰ ਉਸ ਤਰ੍ਹਾਂ ਦੇ ਗੁਰੂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਸਮਾਪਤੀ ਕਰੀਏ, ਇੱਕ ਵਾਰੀ ਰਸਨਾ ਪਵਿੱਤਰ ਕਰੋ ਤੇ ਆਖੋ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ। ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ। ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨ ਲਾਗੀ ਬਾਰ, ਕਰਤ ਨ ਲਾਗੀ ਬਾਰ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ। ਹਾਰਦਿਕ ਧੰਨਵਾਦ। ਭੁੱਲਾਂ ਗਲਤੀਆਂ ਵਾਸਤੇ ਖਿਮਾ ਦਾ ਜਾਚਕ ਹਾਂ ਜੀ। ਗੁਰੂ ਫਤਿਹ ਨਾਲ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ